ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਨਾ ਭਾਈ ਰਾਮ ਸਿੰਘ ਜੀ ਹੋਏ ਆ। ਇਹ ਜਿਹੜੇ ਭਾਈ ਰਾਮ ਸਿੰਘ ਸੀ, ਇਹਨਾਂ ਦਾ ਪਿੰਡ ਸੀ ਕਾਲ ਚਰਾਨੀ, ਜਿਹੜਾ ਬਠਿੰਡੇ ਜ਼ਿਲ੍ਹੇ 'ਚ ਪੈਂਦਾ ਹੈਗਾ। ਇਹਨਾਂ ਦੀ ਆਰਥਿਕ ਹਾਲਤ ਬੜੀ ਮਾੜੀ ਸੀ ਉਹਨਾਂ ਟਾਈਮਾਂ ਦੇ ਵਿੱਚ। ਸੋ ਗਰੀਬੀ ਦੇ ਤੰਗੀ ਕਰਕੇ ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ। ਜਦੋਂ ਇੱਥੇ ਆ ਕੇ ਇਹਨਾਂ ਨੇ ਮਹਾਂਪੁਰਖਾਂ ਨੂੰ ਮੱਥਾ ਟੇਕਿਆ ਅਤੇ ਬਾਬਾ ਜੀ ਨੇ ਇਹਨਾਂ ਦੇ ਫਿਰ ਜਿਹੜਾ ਨਾਨਕੇ ਸੀ, ਦਾਦਕੇ ਸੀ, ਇਹਨਾਂ ਸਾਰਿਆਂ ਦਾ ਜਿਹੜਾ ਗੋਤ ਸੀ ਇਹ ਮੁਨਸ਼ੀ ਜੀ ਨੂੰ ਲਿਖਵਾਇਆ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਪੁੱਛਿਆ ਬਈ ਤੁਸੀਂ ਕਿਵੇਂ ਆਏ ਆ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਭਾਈ ਰਾਮ ਸਿੰਘ ਜੀ ਕਹਿਣ ਲੱਗੇ, ਕਹਿੰਦੇ ਬਈ ਘਰ ਦੇ ਵਿੱਚ ਗਰੀਬੀ ਬੜੀ ਆ, ਰੋਟੀ ਜਿਹੜੀ ਹੈ ਨਾ ਕਈ ਵਾਰੀ ਇੱਥੋਂ ਤੱਕ ਕਿ ਮੰਗ ਕੇ ਖਾਣੀ ਪੈਂਦੀ ਆ, ਤੁਸੀਂ ਕਿਰਪਾ ਕਰੋ ਇਹ ਮੇਰੀ ਤੰਗੀ ਦੂਰ ਹੋ ਜਾਵੇ। ਜਦ ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਰੋਟੀ ਤਾਂ ਪਰਮੇਸ਼ਰ ਹੈ ਨਾ ਸਭ ਨੂੰ ਦਿੰਦਾ ਹੈਗਾ, ਫਿਰ ਤੈਨੂੰ ਰੋਟੀ ਕਿਉਂ ਨਹੀਂ ਮਿਲਦੀ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਭਾਈ ਰਾਮ ਸਿੰਘ ਹੁਣਾਂ ਨੇ ਥੋੜ੍ਹਾ ਜਿਗਰਾ ਕਰਕੇ ਮਹਾਂਪੁਰਖ ਨੂੰ ਅਸਲੀ ਤਾਂ ਦੱਸ ਦਿੱਤੀ। ਉਹ ਕਹਿਣ ਲੱਗੇ, ਕਹਿੰਦੇ ਵੀ ਮਹਾਂਪੁਰਖੋ ਮੈਂ ਜੁਆਰੀ ਹਾਂ, ਮੈਂ ਜੂਆ ਖੇਡਦਾ ਅਤੇ ਮੈਂ ਜੂਏ ਦੇ ਵਿੱਚ ਸਭ ਕੁਛ ਹਾਰ ਬੈਠਾ ਹੈਗਾ, ਅਤੇ ਇਸ ਕਰਕੇ ਘਰ ਦੇ ਵਿੱਚ ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਬਚੀ ਹੋਵੇ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਥੋੜ੍ਹੇ ਤੈਸ਼ ਵਿੱਚ ਆ ਗਏ। ਕਹਿਣ ਲੱਗੇ, ਕਹਿੰਦੇ ਦੇਖ ਭਾਈ, ਜੂਏ ਵਾਲਿਆਂ ਲਈ ਕਹਿੰਦੇ ਸਾਡੇ ਕੋਲ ਕੋਈ ਥਾਂ ਨਹੀਂ ਆ, ਅਤੇ ਜਾ ਕਹਿੰਦੇ ਇੱਥੋਂ ਭੱਜ ਜਾ, ਇੱਥੋਂ ਚਲਿਆ ਜਾ। ਜਦ ਇੰਨੀ ਗੱਲ ਮਹਾਂਪੁਰਖਾਂ ਨੇ ਤਾੜਨਾ ਕਰਕੇ ਇਸ ਨੂੰ ਕਹੀ ਅਤੇ ਇਹ ਮਹਾਂਪੁਰਖਾਂ ਦੇ ਚਰਨਾਂ 'ਚ ਡਿੱਗ ਪਿਆ। ਡਿੱਗ ਕੇ ਇਸ ਨੇ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ ਮੈਂ ਹੋਰ ਕਿੱਥੇ ਜਾਵਾਂ, ਹੋਰ ਤਾਂ ਕਿਤੇ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ ਮੈਨੂੰ ਆਸਰਾ ਮਿਲ ਸਕੇ। ਬਸ ਤੁਸੀਂ ਹੁਣ ਭਾਵੇਂ ਮੈਨੂੰ ਮਾਰੋ ਚਾਹੇ ਰੱਖੋ, ਮੈਂ ਆਪ ਜੀ ਦੇ ਸ਼ਰਨ ਵਿੱਚ ਆ ਗਿਆ ਹੈਗਾ। ਮੈਂ ਹੁਣ ਆਪ ਜੀ ਦੀ ਸ਼ਰਨ ਤੋਂ ਬਗੈਰ ਕਿਤੇ ਹੋਰ ਨਹੀਂ ਜਾਣਾ ਹੈ। ਜਦੋਂ ਇਹਦੇ ਮਨ ਦੀ ਜਿਹੜੀ ਹੈ ਨਾ ਦ੍ਰਿੜਤਾ ਸੀ ਮਹਾਂਪੁਰਖਾਂ ਨੇ ਤੱਕੀ, ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਤੂੰ ਇਸ ਤਰ੍ਹਾਂ ਕਰ, ਆਇਆ ਤਾਂ ਤੂੰ ਦੂਰੋਂ ਚੱਲ ਕੇ ਆ, ਤੂੰ ਉਹ ਜਿਹੜੀ ਜਗ੍ਹਾ ਹੈ ਨਾ ਉੱਥੇ ਜਾ ਕੇ ਲੰਮਾ ਪੈ ਜਾ, ਬੈਠ ਜਾ, ਇੱਥੇ ਰਾਤ ਕੱਟ, ਅਤੇ ਅਗਰ ਕੋਈ ਰਾਤ ਨੂੰ ਚੀਜ਼ ਤੈਨੂੰ ਡਰਾਊਗੀ ਤਾਂ ਦੇਖੀ ਕਿਤੇ ਇਹ ਜਗ੍ਹਾ ਛੱਡ ਕੇ ਭੱਜ ਨਾ ਜਾਏ। ਜਦ ਇੰਨੀ ਗੱਲ ਹੋਈ ਤਾਂ ਫਿਰ ਰਾਮ ਸਿੰਘ ਕਹਿਣ ਲੱਗਾ, ਕਹਿੰਦੇ ਮਹਾਂਪੁਰਖੋ ਅਗਰ ਆਪ ਇੱਥੇ ਆ ਤਾਂ ਫਿਰ ਮੈਨੂੰ ਕਾਹਦਾ ਡਰ ਹੈਗਾ। ਪਰ ਜਦ ਰਾਤ ਨੂੰ ਭਾਈ ਰਾਮ ਸਿੰਘ ਉੱਥੇ ਸੁੱਤੇ ਸੀਗੇ, ਸੁੱਤਿਆਂ ਨੂੰ ਇੱਕ ਬੜੀ ਭਿਆਨਕ ਸ਼ਕਲ ਵਾਲੀ ਚੀਜ਼ ਜਿਹੜੀ ਸੀ ਇਹਨਾਂ ਦੇ ਕੋਲ ਆ ਕੇ ਖੜ੍ਹ ਗਈ। ਜੋ ਹੀ ਇਹਨਾਂ ਨੇ ਉਸ ਨੂੰ ਦੇਖਿਆ, ਪਰ ਮਹਾਂਪੁਰਖਾਂ ਦਾ ਆਸਰਾ ਤੱਕ ਕੇ ਭਾਈ ਰਾਮ ਸਿੰਘ ਨੂੰ ਪਤਾ ਲੱਗਿਆ ਕਿ ਇਹ ਸਾਰਾ ਖੇਡ ਮਹਾਂਪੁਰਖਾਂ ਨੇ ਮੈਨੂੰ ਇੱਥੋਂ ਭਜਾਉਣ ਵਾਸਤੇ ਕੀਤਾ ਹੈ। ਪਰ ਭਾਈ ਰਾਮ ਸਿੰਘ ਡਰੇ ਨਹੀਂ, ਚੁੱਪ ਕਰਕੇ ਬੈਠੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ। ਪਰ ਜਦ ਦਿਨ ਚੜ੍ਹਿਆ ਫਿਰ ਬਾਬਾ ਜੀ ਨੇ ਇਹਨੂੰ ਆਪਣੇ ਪਾਸ ਬੁਲਾਇਆ ਅਤੇ ਫਿਰ ਮਹਾਂਪੁਰਖਾਂ ਨੇ ਰਾਤ ਦੀ ਘਟਨਾ ਦਾ ਇਹਦੇ ਤੋਂ ਪੁੱਛਿਆ, ਜ਼ਿਕਰ ਕੀਤਾ ਕਿ ਰਾਤੀ ਤੇਰੇ ਨਾਲ ਕਿਵੇਂ ਵਾਪਰੀ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਭਾਈ ਰਾਮ ਸਿੰਘ ਨੇ ਦੱਸਿਆ ਸੀਗਾ ਕਿ ਇੱਕ ਬੜੀ ਹੀ ਭਿਆਨਕ ਸ਼ਕਲ ਦੀ ਕੋਈ ਚੀਜ਼ ਜਿਹੜੀ ਸੀ ਮੇਰੇ ਕੋਲ ਆ ਕੇ ਖੜ੍ਹ ਗਈ ਸੀ ਅਤੇ ਮੇਰੇ ਬਾਅਦ ਬੜੀਆਂ ਡਰਾਉਣੀਆਂ ਨਜ਼ਰਾਂ ਨਾਲ ਤੱਕ ਰਹੀ ਸੀ। ਪਰ ਕਹਿੰਦੇ ਵੀ ਆਪ ਦੀ ਕਿਰਪਾ ਕਰਕੇ ਮੈਂ ਡਰਿਆ ਨਹੀਂ ਬਿਲਕੁਲ, ਅਤੇ ਬਸ ਬੈਠਾ ਬੈਠਾ ਰੱਬ ਦਾ ਨਾਮ ਜਪਦਾ ਰਿਹਾ ਹੈਗਾ, ਅਤੇ ਇਸ ਕਰਕੇ ਉਹ ਚੀਜ਼ ਜਿਹੜੀ ਸੀ ਮੇਰੇ ਲਾਗੇ ਨਹੀਂ ਆਈ। ਜਦ ਇੰਨੀ ਗੱਲ ਹੋਈ ਅਤੇ ਬਾਬਾ ਜੀ ਹੱਸ ਪਏ। ਹੱਸ ਕੇ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਸਾਡੇ ਕੋਲ ਹੈ ਨਾ ਦੋ ਹੀ ਆਦਮੀ ਇੱਥੇ ਟਿਕ ਸਕਦੇ ਆ, ਜਾਂ ਤਾਂ ਕੋਈ ਸਿਮਰਨ ਕਰਨ ਵਾਲਾ ਹੋਵੇ ਅਤੇ ਜਾਂ ਸੇਵਾ ਵਾਲਾ ਹੋਵੇ। ਅਸਲ ਦੇ ਵਿੱਚ ਸੇਵਾ ਅਤੇ ਸਿਮਰਨ ਵਾਲਿਆਂ ਨੂੰ ਇੱਥੇ ਜਗ੍ਹਾ ਮਿਲਦੀ ਹੈ, ਕਿਸੇ ਹੋਰ ਨੂੰ ਨਹੀਂ ਮਿਲਦੀ। ਜਦ ਇੰਨੀ ਗੱਲ ਹੋਈ ਤਾਂ ਭਾਈ ਰਾਮ ਸਿੰਘ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਤੁਸੀਂ ਮੈਨੂੰ ਸੇਵਾ ਦੱਸੋ ਕਿ ਮੈਂ ਸੇਵਾ ਕੀ ਕਰਨੀ ਆ। ਇੱਕ ਵਾਰ ਤੁਸੀਂ ਮੈਨੂੰ ਸੇਵਾ ਦੱਸੋ, ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਸੇਵਾ ਕਰਨੀ ਚਾਹੁੰਦਾ। ਜਦ ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖਾਂ ਨੇ ਭਾਈ ਰਾਮ ਸਿੰਘ ਨੂੰ ਕਹਿ ਤਾ, ਕਹਿੰਦੇ ਭਾਈ ਤੂੰ ਤਾਂ ਸੇਵਾ ਇੱਥੇ ਕਰ ਲਊਂਗਾ, ਪਰ ਤੇਰਾ ਜਿਹੜਾ ਪਰਿਵਾਰ ਘਰ ਵਿੱਚ ਆ, ਤੇਰੀ ਘਰ ਵਾਲੀ ਆ, ਉਹਨਾਂ ਦਾ ਕੀ ਬਣੂਗਾ, ਉਹਨਾਂ ਦਾ ਗੁਜ਼ਾਰਾ ਕਿਵੇਂ ਹੋਊਗਾ। ਜਦ ਇੰਨੀ ਗੱਲ ਹੋਈ ਤਾਂ ਭਾਈ ਰਾਮ ਸਿੰਘ ਹੁਣੀ ਚੁੱਪ ਕਰ ਗਏ। ਅਤੇ ਫਿਰ ਮਹਾਂਪੁਰਖਾਂ ਨੇ ਕਿਹਾ, ਕਹਿੰਦੇ ਦੇਖ ਭਾਈ, ਹੁਣ ਤੂੰ ਇਸ ਤਰ੍ਹਾਂ ਕਰ, ਪਿੰਡ ਚਲਿਆ ਜਾ, ਆਪਣੇ ਪਿੰਡੋਂ ਜਾ ਕੇ ਆਪਣਾ ਸਾਰਾ ਪਰਿਵਾਰ ਹੈ ਨਾ ਇੱਥੇ ਲੈ ਆ। ਜਦੋਂ ਤੂੰ ਪਰਿਵਾਰ ਇੱਥੇ ਲਊਂਗਾ, ਤੈਨੂੰ ਪਿੱਛੇ ਪਰਿਵਾਰ ਦੀ ਵੀ ਚਿੰਤਾ ਨਹੀਂ ਰਹੂਗੀ, ਅਤੇ ਸਾਰਾ ਪਰਿਵਾਰ ਰਲ ਮਿਲ ਕੇ ਇੱਥੇ ਸੇਵਾ ਸਿਮਰਨ ਕਰਿਆ ਕਰੋ। ਜਦ ਇਹ ਗੱਲ ਹੋਈ ਤਾਂ ਭਾਈ ਰਾਮ ਸਿੰਘ ਹੁਣੀ ਜਿਹੜੇ ਸੀਗੇ ਉਹ ਚੁੱਪ ਕਰ ਗਏ। ਪਰ ਸੰਗਤ ਨੇ ਭਾਈ ਰਾਮ ਸਿੰਘ ਨੂੰ ਕਿਹਾ ਕਿ ਮਹਾਂਪੁਰਖਾਂ ਦਾ ਵਚਨ ਮੰਨੀਦਾ, ਆਪਣੇ ਪਰਿਵਾਰ ਨੂੰ ਇੱਥੇ ਲੈ ਆ, ਇੱਥੇ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਰਹੂਗੀ। ਜਦ ਸਾਰੀ ਸੰਗਤ ਨੇ ਇਹ ਗੱਲ ਕਹੀ ਤਾਂ ਭਾਈ ਰਾਮ ਸਿੰਘ ਜਿਹੜੇ ਸੀ ਉਹ ਆਪਣੇ ਘਰ ਚਲੇ ਗਏ। ਜਦ ਘਰ ਗਏ, ਘਰ ਜਾ ਕੇ ਭਾਈ ਰਾਮ ਸਿੰਘ ਹੁਣਾਂ ਨੇ ਆਪਣੀ ਪਤਨੀ, ਜਿਹਦਾ ਨਾਂ ਗੰਗੀ ਸੀਗਾ, ਉਹਨੂੰ ਇਹ ਸਾਰੀ ਵਾਰਤਾ ਸੁਣਾਈ। ਜਦ ਵਾਰਤਾ ਦੱਸੀ ਤਾਂ ਫਿਰ ਗੰਗੀ ਕਹਿਣ ਲੱਗੀ ਬਈ ਇੱਥੇ ਤਾਂ ਆਪਾਂ ਕਿਤੇ ਮਜ਼ਦੂਰੀ ਕਰਕੇ ਵੀ ਘਰ ਦਾ ਗੁਜ਼ਾਰਾ ਕਰ ਲੈਂਦੇ ਹਾਂ, ਅਗਰ ਰੋਟੀ ਨਾ ਵੀ ਹੋਵੇ ਤਾਂ ਵੀ ਮੰਗ ਕੇ ਖਾ ਲਵਾਂਗੇ, ਉੱਥੇ ਮਹਾਂਪੁਰਖਾਂ ਦੇ ਪਾਸ ਜਾ ਕੇ ਆਪਾਂ ਕੀ ਕਰਾਂਗੇ।
जद इन्नी गल हुई तो फिर भाई राम सिंह कहन लगा, कहते भलीए लोके तैनूं नहीं पता हैगा, महापुरखों के पास अगर कोई भी आदमी जाता है ना तो सब कुछ भुल जाता है। उत्थे तो भुखे नूं रोटी मिलती है ते तन दे कपड़े मिलते आ, नाल रहण वास्ते रहायश मिलती आ, हरेक चीज़ मिलती, उत्थे किसी तरह की कोई कमी नहीं किसी चीज़ की। तो दूसरी गल है भी असीं महापुरखों की निगरानी च रहांगे, नाले सेवा करांगे ते नाले महापुरखों की प्रसन्नता हासिल करांगे। जद ये गलबात भाई राम सिंह ने अपनी घरवाली गंगी नूं कही सी, फिर गंगी जाण वास्ते तैयार हो गई। इन्हां ने की कीता, सारा परिवार जिहड़ा मिल के जो समान सी घर दा वो कपड़ियां विच बन्निया, इन्हां ने बन के ते उस टाइम भाई राम सिंह दे 2 लड़के सी, एक लड़की सी, ये सारा परिवार जिहड़ा सीगा फिर इत्थे भुच्चो महापुरखों के पास आ गया। जद इत्थे पास आया तो इत्थे आके मत्था टेकिया तो बाबा जी ने जद ये परिवार देखिया, देख के फिर भाई राम सिंह नूं कहण लगे कि तुसीं इस तरह करो, पहला है ना सारे जाने बैठ के प्रशादा छको। जदों सारे जाके प्रशादा छकण लगे तो बाबा जी चेते तौर पर इन्हां दे पास फिर उठ के चले गए। जद गए तो भाई राम सिंह दे जिहड़े दोने लड़के सी उन्हां नूं देख के कहण लगे कहंदे देखो भाई ये जिहड़े 2 लड़के है ना, इन्हां नूं रोज़ एक एक सेर घे पीण नूं दिओ। अपने सेवादारां नूं खास हदायत महापुरखों ने की कि इन्हां लड़कियां नूं एक एक सेर घे ते दुध रोज़ पीण नूं दिओ। जद इन्नी गल होई तो फिर भाई ये सारा परिवार बड़ा हक्का बक्का होया। भाई राम सिंह की घरवाली भी बड़ी हैरान हुई, पर उस टाइम गर्म गर्म दुध दोनों लड़कियां नूं एक एक सेर दिता गया। तो जद इन्हां ने पीता हैगा उस तो बाद इन्हां दी नहार बदल गई। नित रोज़ कि जिहड़ा दुध सीगा इन्हां दी लड़कियां नूं देना, तो भाई राम सिंह की घरवाली नूं महापुरखों ने फिर कपड़े लैके दिते, उस तो बाद देखो वस्त्र लिया के दिते। फिर इस तो बाद जो भी किसी चीज़ की कमी सी सारी महापुरख इन्हां दे परिवार नूं दिंदे सी। इस तरह परिवार बड़ा खुश हो गया। तो महापुरख इन्हां दे जिहड़े लड़के जिन्हां नूं रोज़ एक एक सेर दुध पिलाउंदे हुंदे सी, इन्हां नूं कदी कदी इन्हां दा घोल भी आस विच कराउंदे हुंदे सी ते बड़े प्रसन्न रहिंदे सी। देखो समा अपनी चाल चलदा गया। एक दिन भाई राम सिंह दे घरवाली जिहड़ी ये भुच्चो कोई इन्हां दी एक दूर दी रिश्तेदारी सी, उन्होंने मिलण चले गए। जद रात उत्थे रही तो पर पिछों इहदी लड़की जिहड़ी सी वो रोंदी रही। जद लड़की रोंदी रही तो इहदे मन दे विच ख्याल आया कि मैं अपने बच्चों नूं दस के नहीं रात मैं इत्थे अपने दूर दे रिश्तेदारां कोल रुक गई हाँ तो बच्ची नूं किते बुखार ना चढ़ जाए। ये सोच के वापस सवेरे तड़के ही इत्थे भुच्चो महापुरखों के पास पहुँची। जद पास पहुँची तो इन्हें महापुरखों ने कहा कि मैं इस करके छेती आ गई कि मेरी बच्ची नूं किते बुखार ना चढ़िया होवे ते बच्ची रोंदी ना होवे। फिर महापुरख कहण लगे, कहंदे भी बच्ची रोंदी तो रात जरूर सीगी, पर कहंदे भी इस करके नहीं सी रोंदी जिस करके तू सोच रही हाँ, ये तो इस करके रो रही सी कि तुहाडी सेवा पूरी हो गई आ, हुण तुसीं अपने है ना नगर पिंड चले जाओ। जद इन्नी गल हुई तो फिर भाई राम सिंह दे मन दे विच आया कि भाई अगर असीं पिंड चले गए तो फिर उत्थे जाके की करांगे। फिर भाई राम सिंह की घरवाली गंगी ने महापुरखों नूं ये गल आखी, कहंदे महापुरखो असीं घर जाके हुण की करना है, उत्थे जाके भुखे मरांगे, घर जाण तो सानूं कोई फायदा नहीं है। जद इन्नी गल हुई तो महापुरख कहण लगे, कहंदे देखो भाई तुहाडी जिन्ना भुख आ ते तुहाडा जिन्ना दुख आ वो तां असीं इत्थे रख लिया है, तुहानूं उत्थे किसी तरह की तंगी नहीं होगी, तुसीं फिकर ना करो। तुसीं हुण अपने है ना परिवार दे नाल बड़े सहज भाव दे विच तैयार होके चले जाओ। जद इन्नी गल हुई सारे परिवार ने सारा समान बन्निया। समान बंधिया फिर भाई राम सिंह के मन च ख्याल आया कि काम तो मैं कोई करदा नहीं, तो काम ना करन करके फिर जिहड़ा पैसा है कित्थों आऊगा। ये सोच के उन्हें महापुरख अगे बेनती की कि महापुरखो मैं काम तो कोई करदा नहीं, जे काम ना करा माया कित्थों आऊगी। इस गल का मैनूं फिक्र बड़ खांदा है। जद इन्नी गल हुई तो बाबा जी ने हस के भाई राम सिंह नूं कहता, कहण लगे कि तुसीं सेवा बहुत ही कीती दिन रात सारे परिवार दे नाल, बाकी माया की जिथे तक गल हैगी आ वो माया असीं तेरे घर ही भेज देंगे। तू इस तरह करी सवेरे जद उठना ना अमृत वेले उठदे सार इशनान पानी करना, अपना नेम करना, नेम तो बाद अपने सराणे जिहड़ा तेरा मंजे दा हैगा उस सराणे नूं थोड़ा जिहा उपर कर चकना, तो जद तू की देखूँगा रोज़ तेरे सराणे के थले 5 रुपये तेरे खर्चे वास्ते तेनों मिलिया करनगे। जद ये जिहड़ा वरदान से महापुरखों ने भाई राम सिंह नूं दे दिता, फिर तो भाई खुशी की कोई हद ही ना रही। भाई राम सिंह जद घर गया सवेरे उठया, उठदे सारी इशनान पानी करके पहला अपना नेम जो महापुरखों ने दस्या सगा वो कीता करके, तो जद फिर सराणा चक्के जद की देखा थले 5 रुपये चांदी दे पए सी। ये देख के तो भाई राम सिंह नूं बड़ा चाਅ चढ़िया। फिर देखो जिन्ने भी उत्थे दे
ਦੋਸਤ ਮਿੱਤਰ ਭਾਈ ਰਾਮ ਸਿੰਘ ਦੇ ਪਿੰਡ ਦੇ ਸੀਗੇ, ਉਹ ਸਾਰੇ ਇਹਨਾਂ ਪਰਿਵਾਰ ਨੂੰ ਮਿਲਣ ਆਏ। ਜਦ ਮਿਲਣ ਆਏ ਤੇ ਇਹਨਾਂ ਦੋਸਤਾਂ ਮਿੱਤਰਾਂ ਵਿੱਚੋਂ ਇੱਕ ਸੇਠ ਸੀਗਾ, ਉਹ ਵੀ ਭਾਈ ਰਾਮ ਸਿੰਘ ਨੂੰ ਮਿਲਣ ਆਇਆ। ਤੇ ਮਿਲਣ ਤੋਂ ਬਾਅਦ ਉਹ ਸੇਠ ਨੇ ਆਖਿਆ ਕਿ ਸਾਡੇ ਪਾਸ ਇੱਕ ਮੱਝ ਹੈਗੀ ਆ ਤੇ ਇਹ ਮੱਝ ਸਾਡੇ ਕੋਲ ਸਾਂਭੀ ਨਹੀਂ ਜਾਂਦੀ, ਤੂੰ ਇਸ ਤਰ੍ਹਾਂ ਕਰ, ਇਹ ਮੱਝ ਆਪਣੇ ਕੋਲ ਰੱਖ ਲੈ ਤੇ ਇਹਦਾ ਦੁੱਧ ਆਪਣੇ ਬੱਚਿਆਂ ਨੂੰ ਪਿਲਾਇਆ ਕਰ। ਜਦ ਇੰਨੀ ਗੱਲ ਹੋਈ ਤੇ ਫਿਰ ਰਾਮ ਸਿੰਘ ਕਹਿਣ ਲੱਗਾ ਕਿ ਮੱਝ ਨੂੰ ਖਰੀਦਣ ਵਾਸਤੇ ਮੇਰੇ ਪਾਸ ਕੋਈ ਪੈਸਾ ਨਹੀਂ, ਮੈਂ ਤੇਰੀ ਮੱਝ ਕਿਵੇਂ ਲੈ ਸਕਦਾ। ਫਿਰ ਉਹ ਸੇਠ ਕਹਿਣ ਲੱਗਾ ਕਿ ਪੈਸੇ ਦਾ ਤੂੰ ਫਿਕਰ ਨਾ ਕਰ, ਜਿੱਦਣ ਤੇਰੇ ਪਾਸ ਹੋਣਗੇ ਤੂੰ ਦੇ ਦੇਂ, ਅਗਰ ਨਾ ਵੀ ਹੋਣਗੇ ਤਾਂ ਵੀ ਤੂੰ ਚਿੰਤਾ ਨਾ ਕਰੀ, ਇਹ ਮੱਝ ਤੂੰ ਰੱਖ ਲੈ। ਇਹ ਕਹਿ ਕੇ ਤਾਂ ਭਾਈ ਰਾਮ ਸਿੰਘ ਹੋਣੀ ਜਿਹੜੇ ਸੀਗੇ ਉਹ ਚੁੱਪ ਕਰ ਗਏ। ਪਰ ਸੇਠ ਆਪਣੇ ਬੰਦਿਆਂ ਨੂੰ ਕਹਿ ਕੇ ਤਾਂ ਮੱਝ ਇਹਨਾਂ ਦੇ ਘਰ ਬੰਨਿਆ ਜਾ। ਜਦੋਂ ਮੱਝ ਘਰ ਦੇ ਵਿੱਚ ਬੰਨੀ ਗਈ ਤਾਂ ਭਾਈ ਰਾਮ ਸਿੰਘ ਮਹਾਂਪੁਰਖਾਂ ਦਾ ਜੋ ਉਪਦੇਸ਼ ਸੀਗਾ ਉਹ ਦੇਖ ਕੇ ਬੜਾ ਹੈਰਾਨ ਹੋ ਕੇ ਮਹਾਂਪੁਰਖ ਨੇ ਕਿਹਾ ਕਿ ਦੁੱਧ ਦਾ ਤੁਸੀਂ ਫਿਕਰ ਨਾ ਕਰੋ, ਦੁੱਧ ਅਸੀਂ ਇੱਥੇ ਦਾ ਜਿਹੜਾ ਹੈ ਨਾ ਉਹ ਤੁਹਾਡੇ ਘਰ ਭੇਜ ਦਿਆਂਗੇ। ਤੇ ਇਹ ਦੁੱਧ ਫਿਰ ਮੱਝ ਦੇ ਰੂਪ ਦੇ ਵਿੱਚ ਮਹਾਂਪੁਰਖਾਂ ਵੱਲੋਂ ਸਾਨੂੰ ਪ੍ਰਾਪਤ ਹੋ ਗਿਆ। ਇਹ ਸੋਚ ਕੇ ਫਿਰ ਭਾਈ ਰਾਮ ਸਿੰਘ ਦੇ ਮਨ ਦੇ ਵਿੱਚ ਬੜਾ ਬਰਾਗ ਆਇਆ। ਉਸ ਤੋਂ ਬਾਅਦ ਦੇਖੋ ਭਾਈ ਰਾਮ ਸਿੰਘ ਦੀ ਜਿਹੜੀ ਸੀ ਚੜ੍ਹਦੀ ਕਲਾ ਦਿਨੋਂ ਦਿਨ ਹੋਣ ਲੱਗੀ। ਕੋਈ ਪੁਰਾਣੇ ਸੰਗੀ ਭਾਈ ਰਾਮ ਸਿੰਘ ਹੁਣਾਂ ਦੇ ਕੋਲ ਆਏ, ਕਹਿਣ ਲੱਗੇ ਕਿ ਆਪਾਂ ਇਕੱਠੇ ਹੋ ਕੇ ਸਾਂਝੀ ਵਾਹੀ ਕਰ ਲੈਂਦੇ ਹਾਂ। ਪਰ ਭਾਈ ਰਾਮ ਸਿੰਘ ਕਹਿੰਦਾ ਕਿ ਮੇਰੇ ਪਾਸ ਨਾ ਕੋਈ ਜ਼ਮੀਨ ਆ ਨਾ ਸੰਦ ਹੈ, ਮੈਂ ਵਾਹੀ ਕਿਵੇਂ ਕਰੂੰਗਾ। ਪਰ ਇਹਦੇ ਜਿਹੜੇ ਮਿੱਤਰ ਦੋਸਤ ਸੀ ਉਹ ਕਹਿਣ ਲੱਗੇ ਤੂੰ ਵਾਹੀ ਤੇ ਜ਼ਮੀਨ ਦੀ ਤੇ ਸੰਦਾਂ ਦਾ ਫਿਕਰ ਨਾ ਕਰ, ਇਹਦਾ ਜਗਾੜਾ ਸਹੀ ਆਪੇ ਕਰ ਲਵਾਂਗੇ, ਤੂੰ ਕੰਮ ਵਾਸਤੇ ਤਿਆਰ ਹੋ ਜਾ। ਫਿਰ ਭਾਈ ਰਾਮ ਸਿੰਘ ਹੁਣ ਜਿਹੜੇ ਸੀਗੇ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਸਾਂਝੀ ਵਾਹੀ ਕਰਨ ਲੱਗ ਪਏ। ਇਸ ਤਰ੍ਹਾਂ ਕਰਦੇ ਕਰਦੇ ਸਮਾਂ ਲੰਘਦਾ ਗਿਆ। ਉਸ ਤੋਂ ਬਾਅਦ ਭਾਈ ਰਾਮ ਸਿੰਘ ਨੇ ਫਿਰ ਚਾਹ ਤੇ ਇੱਕ ਗੁੜ ਦੀ ਦੁਕਾਨ ਖੋਲ੍ਹ ਲਈ। ਜਦ ਚਾਹ ਤੇ ਗੁੜ ਦੀ ਦੁਕਾਨ ਖੋਲ੍ਹੀ, ਕਾਫੀ ਜਿਹੜੀ ਸੀ ਉਹ ਦੁਕਾਨ ਚੱਲਣੀ ਸ਼ੁਰੂ ਹੋ ਗਈ, ਕੁਛ ਆਮਦਨ ਹੋਣ ਲੱਗ ਪਈ। ਉਸ ਤੋਂ ਬਾਅਦ ਫਿਰ ਭਾਈ ਰਾਮ ਸਿੰਘ ਹੁਣਾਂ ਨੇ ਇੱਕ ਵੱਡੀ ਦੁਕਾਨ ਜਿਹੜੀ ਆੜ੍ਹਤੀਏ ਦੀ ਉਹ ਵੀ ਖੋਲ੍ਹ ਲਈ ਸੀ। ਜਦ ਆੜ੍ਹਤੀਏ ਦੀ ਵੱਡੀ ਦੁਕਾਨ ਉਹਨਾਂ ਟਾਈਮਾਂ ਦੇ ਵਿੱਚ ਖੋਲ੍ਹੀ ਆ, ਉਸ ਤੋਂ ਬਾਅਦ ਫਿਰ ਭਾਈ ਰਾਮ ਸਿੰਘ ਹੁਣਾਂ ਦੀ ਜਿਹੜੀ ਚੜ੍ਹਦੀ ਕਲਾ ਸੀ ਉਹ ਹੋਰ ਵੀ ਜ਼ਿਆਦਾ ਹੋ ਗਈ। ਪਰ ਦੇਖਦੇ ਦੇਖਦੇ ਪਿੰਡ ਦੇ ਜਿਹੜੇ ਸੱਥਾਂ ਦੇ ਲੋਕੀ ਸੀ ਉਹ ਭਾਈ ਰਾਮ ਸਿੰਘ ਹੁਣਾਂ ਦੀ ਗੱਲ ਕਰਨ ਲੱਗ ਪਏ ਕਿ ਇਹਦੇ ਪਾਸ ਇੰਨਾ ਪੈਸਾ, ਇੰਨੀ ਅਮੀਰੀ, ਇੱਕਦਮ ਇੰਨਾ ਵੱਡਾ ਠਾਠ ਬਾਠ ਕਿਵੇਂ ਬਣ ਗਿਆ। ਪਰ ਕਈਆਂ ਨੇ ਸੱਥਾਂ ਵਿੱਚ ਇਹ ਗੱਲਾਂ ਕੀਤੀਆਂ ਕਿ ਇਹਦੇ ਉੱਤੇ ਮਹਾਂਪੁਰਖ ਬਾਬਾ ਮਹਾਂ ਹਰਨਾਮ ਸਿੰਘ ਦਾ ਹੱਥ ਹੈ, ਜਿਸ ਕਰਕੇ ਇਹਦੀ ਜਿਹੜੀ ਚੜ੍ਹਦੀ ਕਲਾ ਦਿਨੋਂ ਦਿਨ ਹੋ ਰਹੀ ਆ। ਪਰ ਇਹਨਾਂ ਵਿੱਚੋਂ ਇੱਕ ਪ੍ਰੇਮੀ ਨੇ ਜਿਹੜਾ ਸੀਗਾ ਉਹ ਸਾਰੀ ਸੱਥ ਦੇ ਵਿੱਚ ਇਹ ਦੱਸਿਆ ਕਿ ਮਹਾਂਪੁਰਖਾਂ ਨੇ ਇੱਕ ਬਖਸ਼ਿਸ਼ ਭਾਈ ਰਾਮ ਸਿੰਘ ਹੁਣਾਂ ਦੇ ਕੀਤੀ ਆ। ਉਹ ਇਹ ਹੈ ਕਿ ਜਦੋਂ ਭਾਈ ਰਾਮ ਸਿੰਘ ਹੁਣੀ ਸਵੇਰੇ ਉੱਠਦੇ ਆ ਤੇ ਜਦ ਸਰਾਣਾ ਚੱਕਦੇ ਆ ਤਾਂ ਉਹਦੇ ਵਿੱਚੋਂ 5 ਰੁਪਏ ਰੋਜ਼ ਖਰਚਾ ਜਿਹੜਾ ਮਹਾਂਪੁਰਖ ਇਹਨਾਂ ਨੂੰ ਗੁਪਤ ਸਹਾਇਤਾ ਦੇ ਰੂਪ ਦੇ ਵਿੱਚ ਭੇਜਦੇ ਆ। ਜਦ ਇਹ ਗੱਲ ਦੀ ਚਰਚਾ ਸੱਥ ਵਿੱਚ ਲੋਕਾਂ ਨੇ ਸੁਣੀ ਪਰ ਕਈਆਂ ਨੂੰ ਯਕੀਨ ਨਹੀਂ ਆਇਆ। ਪਰ ਕੁਛ ਜਿਹੜੇ ਲੋਕੀ ਸੀ ਜਿਹਨਾਂ ਨੂੰ ਯਕੀਨ ਨਹੀਂ ਸੀ ਆਇਆ, ਉਹਨਾਂ ਨੇ ਸਲਾਹ ਕੀਤੀ ਕਿ ਆਪਾਂ ਨਾ ਸਵੇਰੇ ਹੀ ਉੱਠ ਕੇ ਭਾਈ ਰਾਮ ਸਿੰਘ ਦੇ ਘਰ ਜਾ ਕੇ ਦੇਖਦੇ ਹਾਂ ਕਿ ਵਾਕਈ ਜਦੋਂ ਉਹ ਸਰਾਣਾ ਚੱਕਦਾ ਥੱਲੇ 5 ਰੁਪਏ ਚਾਂਦੀ ਦੇ ਨਿਕਲਦੇ ਆ। ਪਰ ਜਦੋਂ ਸਵੇਰੇ ਸਵੇਰੇ ਮਿੰਟ ਦੇ ਬਹਾਨੇ ਭਾਈ ਰਾਮ ਸਿੰਘ ਨੂੰ ਗਏ ਤੇ ਜਦ ਕੀ ਦੇਖਿਆ, ਜਦੋਂ ਭਾਈ ਰਾਮ ਸਿੰਘ ਨੇ ਆਪਣਾ ਇਸ਼ਨਾਨ ਪਾਣੀ ਕਰਕੇ ਨਿਤਨੇਮ ਦੀ ਜੋ ਮਰਜ਼ਾਦਾ ਸੀ ਸਾਰੀ ਪੂਰੀ ਕੀਤੀ। ਨਿਤਨੇਮ ਕਰਨ ਤੋਂ ਬਾਅਦ ਜਦੋਂ ਭਾਈ ਰਾਮ ਸਿੰਘ ਨੇ ਸਰਾਣਾ ਚੱਕੇ ਤਾਂ ਥੱਲੇ 5 ਰੁਪਏ ਚਾਂਦੀ ਦੇ ਨਿਕਲੇ। ਤੇ ਇਹ ਦੇਖ ਕੇ ਬਾਕੀ ਜਿਹੜੇ ਲੋਕੀ ਸੀ ਸਾਰੇ ਦੰਗ ਰਹਿ ਗਏ। ਉਹਨਾਂ ਦੇ ਮਨ ਦੇ ਵਿੱਚ ਹੋ ਗਿਆ ਕਿ ਵਾਕਿਆ ਹੀ ਅਸੀਂ ਸੁਣਦੇ ਹੁੰਦੇ ਸੀ ਵੀ ਭਾਈ ਰਾਮ ਸਿੰਘ ਹੁਣਾਂ ਦੀ ਅਮੀਰੀ ਇਵੇਂ ਕਿਵੇਂ ਬਣ ਗਈ, ਇਹ ਸਾਰਾ ਹੱਥ ਨਾ ਪੁੱਛੋ ਵਾਲੇ ਮਹਾਂਪੁਰਖਾਂ ਦਾ ਹੈਗਾ। ਇਸ ਤਰ੍ਹਾਂ ਇਹਦੀ ਅਮੀਰੀ ਦੀ ਚਰਚਾ ਜਿਹੜੀ ਸੀ ਜਦ ਦੂਰ ਦਰਾਡੇ ਹੋਣ ਲੱਗੀ ਤੇ ਇੱਕ ਹੈ ਨਾ ਭਾਈ ਰਾਮ ਸਿੰਘ ਹੁਣਾਂ ਦੀ ਭਰਜਾਈ ਸੀ। ਇਹ ਜਿਹੜੀ ਭਰਜਾਈ ਸੀ ਇਹਦਾ ਨਾਂ ਸੀ ਖੇਮ ਕੌਰ, ਇਹਨੂੰ ਖੇਮੀ ਕਹਿੰਦੇ ਹੁੰਦੇ ਸੀ। ਇਹਨੂੰ ਪਤਾ ਲੱਗਾ ਵੀ ਇਹ ਸਾਰੀ ਕਿਰਪਾ ਨਾ ਭੁੱਚੋ ਵਾਲੇ ਮਹਾਂਪੁਰਖਾਂ ਦੇ ਪਾਸੋਂ ਹੋਈ ਆ। ਇਹ ਵੀ ਆਪਣਾ ਇੱਕ ਛੋਟਾ ਲੜਕਾ ਹੈ ਨਾ ਚੱਕ ਕੇ ਤੇ ਭੁੱਚੋ ਪਹੁੰਚ ਗਏ। ਜਦ ਉੱਥੇ ਪਹੁੰਚੀ ਆ ਤੇ ਉੱਥੇ ਜਦ ਇਹਨੇ ਦੇਖਿਆ ਬਹੁਤ ਸਾਰੀ ਸੰਗਤ ਹੋਰ ਵੀ ਮਹਾਂਪੁਰਖਾਂ ਦੇ ਪਾਸ ਬੈਠੀ ਸੀ। ਇਹਨੇ ਵੀ ਜਾ ਕੇ ਮੱਥਾ ਟੇਕਿਆ ਤੇ ਮਹਾਂਪੁਰਖਾਂ ਦੇ ਚਰਨਾਂ 'ਚ ਬੈਠ ਗਈ। ਮਹਾਂਪੁਰਖਾਂ ਨੇ ਵੀ ਇਹਦਾ ਗੋਤ ਪਤਾ ਨਾਨਕੇ ਦਾਦਕੇ ਪੁੱਛਿਆ। ਉਸ ਤੋਂ ਬਾਅਦ ਪੁੱਛਿਆ ਵੀ ਤੁਸੀਂ ਕਿਵੇਂ ਆ। ਫਿਰ ਇਹ ਖੇਮੀ ਬੀਬੀ ਨੇ ਬਾਬਾ ਜੀ ਨੂੰ ਦੱਸਿਆ ਸੀਗਾ ਕਿ ਮੈਂ ਹੈ ਨਾ ਭਾਈ ਰਾਮ ਸਿੰਘ ਦੀ ਭਰਜਾਈ ਆ ਤੇ ਮੈਂ ਆਪ ਜੀ ਦੇ ਹੈ ਨਾ ਦਰਸ਼ਨ ਕਰਨ ਆਈ ਹਾਂ। ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਕਹਿਣ ਲੱਗੇ ਕਿ ਆਹ ਕੌਣ ਆ ਜਿਹੜਾ ਤੂੰ ਕੁਛੜ ਚੁੱਕਿਆ। ਜਦ ਇੰਨੀ ਗੱਲ ਹੋਈ ਤਾਂ ਫਿਰ ਇਹ ਖੇਮੀ ਕਹਿਣ ਲੱਗੀ ਵੀ ਇਹ ਮੇਰਾ ਲੜਕਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਵੀ ਇਹ ਲੜਕਾ ਤੂੰ ਸਾਨੂੰ ਦੇ ਦੇ। ਪਰ ਜਦ ਇੰਨੀ ਗੱਲ ਹੋਈ ਤਾਂ ਖੇਮੀ ਕਹਿਣ ਲੱਗੀ ਕਿ ਮਹਾਂਪੁਰਖੋ ਇਹ ਲੜਕਾ ਮੈਂ ਕਿਵੇਂ ਦੇ ਸਕਦੀ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਕਹਿੰਦੇ ਦੇਖ ਲੈ, ਅਗਰ ਤੂੰ ਇਹ ਲੜਕਾ ਸਾਨੂੰ ਦੇ ਦੂੰਗੀ ਤਾਂ ਅਸੀਂ ਇਹਨੂੰ ਸਰਦਾਰ ਬਣਾ ਦਿਆਂਗੇ ਤੇ ਬਾਕੀ ਰਹੀ ਤੇਰੀ ਔਲਾਦ ਦੀ ਗੱਲ, ਤੇਰੇ ਨੂੰ ਤਾਂ ਹੋਰ ਵੀ ਰੱਬ ਬਹੁਤ ਸਾਰੇ ਦੇ ਦਊਗਾ। ਜਦ ਇਹ ਬਚਨ ਮਹਾਂਪੁਰਖਾਂ ਨੇ ਫਿਰ ਬੀਬੀ ਖੇਮੀ ਨਾ ਕੀਤਾ, ਪਰ ਬੀਬੀ ਖੇਮੀ ਜਿਹੜੀ ਉਹ ਸਮਝ ਨਹੀਂ ਸਕੀ, ਚੁੱਪ ਕੀਤੀ ਰਹੀ। ਉਸ ਟਾਈਮ ਬਾਅਦ ਇੱਕ ਸੇਠ ਆਇਆ, ਉਸਨੇ ਵੀ ਹੈ ਨਾ ਮਹਾਂਪੁਰਖਾਂ ਨੂੰ ਖੜੇ ਖੜੇ ਬੇਨਤੀ ਕੀਤੀ ਕਿ ਮਹਾਂਪੁਰਖ ਮੇਰੇ ਔਲਾਦ ਨਹੀਂ ਆ ਤੇ ਤੁਸੀਂ ਕਿਰਪਾ ਕਰੋ ਮੈਨੂੰ ਔਲਾਦ ਬਖਸ਼ੋ। ਤੇ ਬਾਬਾ ਜੀ ਨੇ ਉਸ ਦਾ ਨਾਮ ਪਤਾ ਪੁੱਛ ਕੇ ਉਸ ਨੂੰ ਆਖਿਆ ਕਿ ਭਾਈ ਔਲਾਦ ਤਾਂ ਤੇਰੇ ਜ਼ਰੂਰ ਹੋ ਜੂਗੀ,
पर सेवा ते सिमरन नूं तूं सब तो अपनी जिंदगी दे विच अगे रखी। जद इन्नी गल कही तो सेठ ने 7 वचन आख्या तो फिर बाबा जी ने आख्या शुद्ध है, समा आऊगा जदों तेरे लड़का हो जाऊगा। तो जदों ये गल वो सेठ नूं कही, वो सेठ तां चला गया। तो ये जिहड़ी बीबी खेमी सी, ये भी बाबा जी तो आग्या लैके जिहड़ी सी वो अपने घर पहुँच गई। जद अपने घर पहुँच गई, इन्हें सारी वार्ता जिहड़ी सी भाई राम सोहना ने जाके दसी कि मैं भुच्चो गई सी बाबा जी के पास, तो बाबा जी ने मेरा लड़का मंग लिया सी। जद इन्नी गल हुई तो फिर भाई राम सोहनी कहन लगे, फिर तैं की कीता? खेमी कहन लगी कि कोई माँ अपने पुत्र नूं इस तरह दूसरी जगह दिंदी आ। पर फिर भाई राम सोहनी समझ गए कि बीबी जिहड़ी मेरी भरजाई खेमी हैगी आ, इहनूं महापुरखां दी जो ताकत है ये बारे कोई जानकारी नहीं है। सो फिर भाई राम सोहनी जिहड़े सी कहन लगे, कहंदे देख भाई सानू तो डर है कि कोई ऐसी अनहोनी ना वरतवे, इस करके आपां नूं ना बाबा जी के पास जाके भुल बख्श होनी चाहिदी आ। जद ये गल हुई तो पर वो खेमी कहन लगी कि मैं पहला गई सी पर हुण मैं भुच्चो नहीं जाना हैगा। फिर राम सो कहन लगे तेरी मर्जी। पर फिर भाई राम सोहनी अपना इकलौता पुत्र लैके सवेरे तड़क सारी जिहड़े सी महापुरखां दे पास पहुँच गए। जद पहुँचे आ ते आके ना बाबा जी नूं मत्था टेकिया। टेकदे सारी महापुरखां दे अगे अपना इकलौता पुत्र जिहड़ा सी खड़ा करके कहन लगे कि मेरी भरजाई ने अपनू जी नूं पुत्र देण तो ना कर दित्ती है, पर मेरा जिहड़ा ये पुत्र आ ये हाज़र आ आप जी की सेवा दे विच, क्योंकि साडा मन भी साडा जिहड़ा हैगा तेरा, धन भी साडा जिहड़ा तेरा हैगा ते साडा तन भी तेरा हैगा। सब कुछ महापुरखो जो भी तुसीं अज तक सानूं बख्शा सब आप जी दा ही है। जद इस तरह के वचन भाई राम सोहना ने कीते सी ते बाबा जी आखन लगे, कहंदे भाई राम सिंह असीं तेरे ते बड़े प्रसन्न हैं, तू किसी चीज़ का कोई फिक्र ना करया कर। पर बाकी रही बीबी खेमी की गल, असीं तां उस दे पुत्र नूं सरदारी देनी सी पर वो नहीं मनी, ओहदी मर्जी हैगी आ। पर जिहड़ा ये पुत्र हैगा इस नूं जिहनूं असीं सरदारी देण दा इकरार कर चुके सी, ये पुत्र इन्हां दे घर दे विच हुण नहीं रहना। जद महापुरखां ने ये गल हुई तो फिर भाई राम सोहनी जिहड़ी सी सुन के घबरा गए, नाल चुप कर गए। पर उही गल हुई जो महापुरखां ने दसी सी। फिर इसे ही खेमी दे पुत्र नूं एक कुत्ते ने कट्टिया सीगा। उस तो बाद इस दी जिहड़ी सी मौत हो गई सी। जद मौत हो गई सी फिर भाई राम सोहनी दोबारा महापुरखां को गए आ। उन्होंने जाके बीबी खेमी दे पुत्र दा किवें देही छुट्टी आ इस दा जिक्र फिर महापुरखां नाल सांझा कीता सी। फिर बाबा जी ने आख्या सी, कहंदे देख भाई असीं इस दे पुत्र नूं जिहदी मौत हो गई आ उस शाहूकार दे घर भेज दिता है। ये पुत्र जिहड़ा वड्डा हो के वो सरदार बनूगा। जद इन्नी गल हुई सी तो फिर जिहड़े सी भाई राम सोहनी ये महापुरखां दा ये वचन सुन के जिहड़े सी फिर चुप कर गए सी। एक ना भाई हजूर सिंह होया भुच्चो कलां दे, ये महापुरखां नूं कलियां सुणाउंदे हुंदे सी। जब महापुरखां नूं कलियां सुणाउणियां, महापुरखां ने इहदियां कलियां सुन के बड़े प्रसन्न होना, क्योंकि ये हजूर सिंह जिहड़ी आवाज़ सी बड़ी रसीली सी। इस तरह ये कलियां जाके महापुरखां नूं सुणाउंदा हुंदा सीगा। एक बार ये हजूर सिंह जिहड़ा सीगा अपने नानके पिंड तलवंडी गया। उत्थे है ना अपने नानकिਆਂ ਦੀ खेतीबाड़ी ਦੇ ਵਿੱਚ हथ बटाउण लग पिया ते खेतीबाड़ी ਦਾ ਕੰਮ होर सीखण लग पिया। इस तरह जद इन्हें अपने नानके पिंड खेतीबाड़ी का काम अपने मामिਆਂ कोल करना शुरू कर दिता। उत्थे इस दा ना एक झगड़ा जिहड़ा सी उत्थे दे बसनीक दे नाल हो गया। जद हो गया इस हाथों पाई दे विच उस बसनीक दे सिर दे उत्ते है ना सोटे दे नाल भाई हजूर सिंह दे हथों सट लग गई। जद सट लग गई तो वह बेहोश हो के डिग पिया। जद बेहोश हो के डिग पिया तो उन्होंने की कीता, जिहड़ी रिपोर्ट सी वो थाणे देती। जब थाणे देती तो जब पुलिस जिहड़ी सी हजूर सिंह नूं फड़न आई तो ये उत्थों भज के मुड़ के जिहड़ा सी ये भुच्चो पहुँच गया। जद उत्थों पुलिस तो डरदा मारा इत्थे आ गया। इत्थों आ के महापुरखां दे टिल्ले पहुँचा बाबा जी दे पास तो बाबा जी नूं फिर इन्हें कलियां दोबारा फिर सुणाउणियां शुरू कर दित्तियां। पर जिहड़ी घटना इहदे नाल होई सी इन्हें घटना जिहड़ी सी किसी नाल सांझी नहीं कीती, अपने मन विच ही रखी। इस तरह करते करते जब एक दिन कलियां सुना रहा सी, अचनचेत इन्हें है ना टिल्ले दे वल नूं 3 सिपाही आउंदे देखे पुलिस दे। जब 3 सिपाही देखे तो इन्हें बाबा जी नूं कहता, बाबा जी लो उही गल होया जिहदा मैनूं डर सी भी मैनूं पुलिस फड़न लगी। जब इन्नी गल हुई तो बाबा जी फिर इस हजूर सिंह नूं कहण लगे, कहंदे भी पुलिस तैनूं काहदे फड़न आई आ। फिर इन्हें महापुरखां दस्सिया भी जो मैं नानके रहिंदा सीगा उत्थों मेरा किसी नाल झगड़ा हो गया सी, वो बंदे दे मेरे सिर तो जिहड़ी सी सट मेरे हथों लग गई सी, जिस करके परचा हो गया सीगा। इस करके मैं इत्थे जिहड़ा सी भज आया सी। जद इन्नी गल हुई तो बाबा जी कहण लगे, कहंदे फिर हुण की देखदा है, पुलिस तो तैनूं फंड साडे पास आ रही है, तू इत्थों भी भज जा किते होर लुक जा। जद इन्नी गल हुई तो फिर हजूर सिंह कहण लगे, कहंदे महापुरखो हुण मैं कित्थे भजना है, भजन वास्ते तो कोई जगह नहीं है, मैं तो आप जी के चरणों विच ही रहना है, जो होऊगा देखी जाऊगी।
क्यों? क्योंकि मैं आप जी के बारे बहुत सुनिया, आप जी दियां ताकतां, आप जी दियां बख्शितां रहमतां कई कौतक सुनिया, पर हुण जो मेरे उत्ते बीती आ, इस बीती का अगर कोई बचा कर सकता तो आप ही कर सकते। आप किरपा करो मैनूं जिवें किवें है ना इस दुचित्ती दे विचों बाहर कढ दिओ। जद ये गल हुई तो बाबा जी कहण लगे चलो ठीक है देखते हैं। उस तो बाद फिर जब पुलिस जिहड़ी सी टिल्ले दे कोल आई तो महापुरख ने अपना एक सेवक नूं 5 रुपये दे के पुलिस वाले के पास भेजिया। भेज के कहण लगे भी आप पैसे ना पुलिस वाले नूं दे आ तो उन्होंने ये कह दिओ कि हजूर सिंह साडा आदमी हैगा, इस करके असीं ये पुलिस नूं नहीं देना। जद इन्नी गल हुई तो फिर पुलिस वाले जिहड़े सी महापुरखां दा सेवादार दे कोलों हुक्म सुन के बचन सुन के कहण लगे भी भाई इहदी है ना बिना जमानत जिहड़े वारंट हैगे आ वो जारी होए आ ते साडा इहनूं फड़ना बड़ा लाजमी आ। जद इन्नी गल हुई तो फिर बाबा जी के पास जो सेवक ने आके दस्या भी इहदी गिरफ्तारी के बिना जमानत वारंट जारी होए आ। तो फिर बाबा जी ने हजूर सिंह नूं क्या कहंदे कोई गल नहीं, तू हुण पुलिस वाले नाल चलिया जा, बाकी असीं आपे सब कुछ साਂਭ लवांगे। जद ये वचन बाबा जी ने किया तो फिर हजूर सिंह जिहड़ा सीगा ये पुलिस वालिਆਂ ਦੇ ਨਾਲ थाणे चले गया। जद उत्थे थाणे पहुँचे उत्थे रात नूं जांदियां जांदियां हनेरा होया तो जिहड़ा वड्डा थाणेदार सी उहनूं जाके जद हौलदार ने जाके दस्सिया कि असीं वो जिहड़ा मुलजम है हजूर सिंह जिहदे बिना गिरफ्तारी दे वारंट जारी होए उहनूं फड़ लिआंदा हैगा। ते थाणेदार कहण लगा कहंदा भी हुण तां मैनूं नींद आई आ, मैं सवेरे उहदे नाल गलबात करांगा, सवेरे मैं उहनूं देखांगा, फिर हाल तुसीं उहनूं हवालात दे विच बंद कर दिओ। देख हजूर सिंह जिहड़ा सी हवालात ते बंद कर दित्ता, पर जद रात थाणेदार घर जिहड़ा सी अपने सुत्ता वो जिहड़ा थाणेदार सी इहनूं चीका मार के उठ के बाहर नूं भज्जा। जब चीका मार के उठ के बाहर नूं भज्जा तो दौड़ा दोबारा फिर थाणे आ गए। इन्हें जिहड़ा सी हौलदार उहनूं जगाया ते नाल दे सिपाहियां नूं कहण लगा कहंदा छेती करो ये जिहड़ा मुलजम हजूर सिंह आही फड़ के लिआंदा है ना इहनूं हुणे जिहड़े सी इस हवालात दे विचों बाहर कढ दिओ, इहनूं बरी कर दिओ। जद इन्नी गल हुई तो वो जिहड़े पुलिस वाले सीगे नाल सिपाही हौलदार सारे कहण लगे कि ये किवें हो सकदा, आपां तां उहनूं मसी तां फड़ के लिआंदा हैगा पर उस नूं आपां किवें छड्ड दईए। पर थाणेदार कहण लगा कहंदा तुहानूं छड्डना ही पऊगा क्योंकि अज मैं रात नूं देखिया हैगा कि इहदे पिछे बहुत ही जिहड़ी है ना एक भारी शक्तिशाली कोई समर्था वाली ताकत पिछे खड़ी आ, ਉਹਦਾ हथ वा तो उस नूं देख के कहने मैं तो जान बचा के अपने कमरे 'ਚ भज्जा हैगा, इस करके छेती करो इहनूं रिहा कर दिओ। जद इन्नी गल हुई सी तो फिर भाई जिहड़े सी पुलिस वाले उन्होंने फिर हजूर सिंह नूं जिहड़ा सीगा उस हवालात दे विचों रातों रात छड्ड दित्ता। तो सवेरे हुंदिआं जिहड़ा सीगा ये हजूर सिंह महापुरखां दे चरनां विच आ गया। आ के इन्हें बाबा जी दे कोल मत्था टेकिया। जदों मत्था टेकिया बाबा जी हस के पुछण लगे कहंदे क्यों भाई अगर कोई तू साडा हैगा तो भाई असीं तैनूं इस पासे जाण दिंदे आ। जद इन्नी गल हुई तो फिर हजूर सिंह ने दस्सिया सीगा कि पहलां तां जिहड़ा थाणेदार सी बड़ा रोह पाउंदा सीगा भी मैं सवेरे देखूँगा, पर रातों रात आप जी की ताकत ने पता नहीं की कीता कि वो जिहड़ा भज के थाणे विच आ गया तो उहदे सारी जिहड़ा सीगा पुलिस वाले नूं कहण लगे कि छेती करो इहनूं छड्ड दिओ। जद ये गल हुई सी तो बाबा जी कहण लगे कहंदे देखो भाई ये सारी है ना मालिक की किरपा हैगी आ क्योंकि तू सानूं कलियां सुणाउंदा हुंदा सीगा, इस करके इस कलियां की प्रसन्नता के कारण ये तैनूं ये फल प्राप्त होया गुरु नानक साहब जी दे करो। सो इस तरह ना एक भाई नरैण सिंह होया भाई रूपोके ते ये जिहड़े भाई नरैण सिंह हुंदे सी ना ये भी महापुरखां की सेवा करते हुंदे सी ते इन्हां नूं खास करके सिखां दा घर कहिंदे हुंदे सी। तो महापुरखां ने इन्हां नूं ना 5 रुपये जिहड़े सीगे वो खजाना बख्शिया हुंदा सीगा ते ये 5 रुपये अज भी इस परिवार के पास उस तरह ही पए आ। एक बार है ना भाई नरैण सिंह जी दे जिहड़े 2 लड़के सीगे जदों कत्ते दे विच बीमारी पई है ना ये ज़्यादा बीमार हो गए। जब ज़्यादा बीमार होए इन्हां दे बचन की कोई आस ना रही तो फिर भाई नरैण सिंह हुणां ने अपना भरा जिहड़ा सी महापुरखां दे पास भेजिया। जद भेजिया तो इन्हें आके ना बाबा जी के पास आके बेनती की कि भाई नरैण सिंह के दोनों जिहड़े लड़के हैगे आ वो बुरी तरह बीमार हैगा, बचन की कोई आस नहीं, तो असीं किरपा करो कि वो तंदुरुस्त हो जाए। जद इन्नी गल हुई तो बाबा जी कहण लगे कहंदे देख भाई एक तो उन्हां दा जिहड़ा लड़का है वो साडे पास पहुँच गया हैगा पर दूसरा लड़का जिहड़ा हैगा वो सही सलामत रहेगा तो तुसीं उहदा फिक्र ना करो, बाकी सब शुद्ध हैगा। जद इन्नी गल हुई है तो फिर इन्हां दा भरा बड़ा हैरान होया पर महापुरखां ने दस्सिया कहंदे देख भाई एक लड़का तो जिहड़ा है ना ये गुरु के भाणे दे विच आके जिहड़ा सीगा वो पूरा हो गया हैगा, पर एक जिहड़ा दूसरा लड़का हैगा उसका बाल विंगा नहीं होऊगा। जद ये तरबात दे के महापुरखां ने इहदे भरा नूं जिहड़ा सीगा जद भाई नरैण सिंह दे पिंड रूपे भेज दित्ता सीगा। उस तो बाद जिहड़ा बचिया सीगा भरा उहदा नाम सी भणता सिंह। ये जिहड़ा भणता सिंह आ इस दी उम्र जिहड़ी आ तकरीबन 80 साल तो ज़्यादा हैगी है, ये अज भी ठीक ठाक हैगा
ਤੇ ਫਿਰ ਭਾਈ ਭਣਤਾ ਸਿੰਘ ਦੱਸਦਾ ਸੀਗਾ ਕਿ ਮੈਂ ਆਪਣੇ ਪਿਤਾ ਨਰੈਣ ਸਿੰਘ ਹੁਣਾਂ ਦੇ ਨਾਲ ਕਈ ਵਾਰ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਉਂਦਾ ਸੀ ਤੇ ਮਹਾਂਪੁਰਖਾਂ ਨੇ ਸਾਨੂੰ ਇਹ ਵੀ ਆਖਿਆ ਸੀਗਾ ਕਿ ਤੁਸੀਂ ਸੰਤ ਰਾਮ ਸਿੰਘ ਮਲੂਕੇ ਵਾਲੇ ਆ ਉਹਨਾਂ ਦੇ ਵੀ ਦਰਸ਼ਨ ਕਰਿਆ ਕਰੋ, ਕਿਉਂਕਿ ਤੁਹਾਡੀ ਉਹਨਾਂ ਦੇ ਨਾਲ ਕੋਈ ਪੁਰਾਣੀ ਜਿਹੜੀ ਉਹ ਸਾਂਝ ਹੈਗੀ ਆ, ਤੇ ਤੁਸੀਂ ਜਿੱਥੇ ਉਹਨਾਂ ਦੇ ਵੀ ਦਰਸ਼ਨ ਕਰਨੇ ਆ ਤੇ ਉੱਥੇ ਤੋਂ ਤੁਸੀਂ ਇੱਥੇ ਵੀ ਆ ਕੇ ਸੇਵਾ ਕਰਨੀ ਹੈ। ਇਸ ਤਰ੍ਹਾਂ ਇਹ ਜਿਹੜਾ ਪਰਿਵਾਰ ਆ ਅੱਜ ਵੀ ਜਿਹੜਾ ਹੈ ਇਹ ਦੋਨੇ ਪਾਸੇ ਜਾਂਦਾ ਹੈਗਾ, ਤੇ ਉਧਰ ਵੀ ਸੇਵਾ ਕਰਦਾ ਹੈ ਤੇ ਮਹਾਂਪੁਰਖਾਂ ਦੇ ਦਰਬਾਰ ਦੀ ਵੀ ਸੇਵਾ ਕਰਦਾ ਹੈ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚ ਚੁਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।